Like the video, subscribe to the channel and press the bell icon for latest video updates. ਦਰਸ਼ਕੋ ਹਾਲ ਹੀ ਵਿੱਚ PCS ਜੁਡੀਸ਼ੀਅਲ ਦਾ ਰਿਜ਼ਲਟ ਆਇਆ ਹੈਗਾ। ਇਹਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੈਗੀ ਆ। ਜਲੰਧਰ ਦੇ 6 ਜਿਹੜੇ ਬੱਚੇ ਆ PCS ਜੁਡੀਸ਼ੀਅਲ ਉਹਨਾਂ ਨੇ ਕਲੀਅਰ ਕੀਤਾ ਹੈਗਾ। ਇੱਕ ਗੱਲ ਦੱਸਦਿਆਂ ਹੋਰ ਵੀ ਦਰਸ਼ਕਾਂ ਨੂੰ ਖੁਸ਼ੀ ਹੁੰਦੀ ਹੈਗੀ ਆ। ਮਿਸਟਰ RL ਚੌਹਾਨ ਜੋ ਰਿਟਾਇਰਡ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਨੇ, ਉਹਨਾਂ ਨੇ ਅਕੈਡਮੀ ਖੋਲ੍ਹੀ ਹੋਈ ਹੈ ਸ਼ਿਵਾਲਕ ਜੁਡੀਸ਼ੀਅਲ ਅਕੈਡਮੀ ਜੋ ਜਲੰਧਰ ਵਿਖੇ ਹੈ। ਇਹ ਆਪਣੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦੀ ਕੋਚਿੰਗ ਕਰਦੇ ਆ। ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਆ। ਹੁਣ ਤੱਕ ਇਹ 4-5 ਸਾਲਾਂ ਵਿੱਚ 25 ਦੇ ਕਰੀਬ ਜੱਜ ਬਣਾ ਚੁੱਕੇ ਹੈਗੇ ਆ। ਇਹ ਇਸ ਤਰੀਕੇ ਨਾਲ ਕੋਚਿੰਗ ਕਰਦੇ ਹੈਗੇ। ਇੱਕ ਤਾਂ ਸਾਰੀ ਜਿਹੜੀ ਕੋਚਿੰਗ ਆ ਪੜ੍ਹਾਈ ਇਹ ਆਪ ਕਰਾਉਂਦੇ ਹੈਗੇ ਆ ਪਰਸਨਲੀ ਇਹਨਾਂ ਬੱਚਿਆਂ ਨੂੰ, ਔਰ ਇੱਕ ਬਿਲਕੁਲ ਹੋਮਲੀ ਐਟਮੋਸਫੀਅਰ ਦਿੰਦੇ ਹੈਗੇ ਜਿਹਦੇ ਵਿੱਚ ਬੱਚਿਆਂ ਨੂੰ ਇਵੇਂ ਟਰੀਟ ਕਰਦੇ ਹੈਗੇ ਜਿਵੇਂ ਇਹਨਾਂ ਦੇ ਆਪਣੇ ਬੱਚੇ ਹੋਣ। ਇੱਕ ਗੱਲ ਹੋਰ ਦੱਸਦਿਆਂ ਵੀ ਖੁਸ਼ੀ ਹੋ ਰਹੀ, ਇਹਨਾਂ ਦੀਆਂ 2 ਬੇਟੀਆਂ ਹਨ। ਇਹਨਾਂ ਦੀ ਮਿਹਨਤ ਸਦਕਾ ਉਹ ਦੋਨੋਂ ਹੀ ਜੱਜ ਬਣ ਕੇ ਡਿਫਰੈਂਟ ਅਹੁਦਿਆਂ 'ਤੇ ਇਸ ਵੇਲੇ ਤਾਇਨਾਤ ਨੇ। ਰਿਟਾਇਰਮੈਂਟ ਤੋਂ ਬਾਅਦ 2010 ਵਿੱਚ ਰਿਟਾਇਰ ਹੋਏ। ਇਹਨਾਂ ਨੇ ਸੋਚਿਆ ਕਿਉਂ ਨਾ ਮੈਂ ਜਿਹੜੇ ਬੱਚੇ ਜੱਜ ਬਣਨਾ ਚਾਹੁੰਦੇ ਹੈਗੇ ਆ ਆਪਣੀਆਂ ਸੇਵਾਵਾਂ ਅਕੈਡਮੀ ਰਾਹੀਂ ਇਸ ਤਰ੍ਹਾਂ ਦੇਵਾਂ। ਇਹ ਦੱਸਦਿਆਂ ਬਹੁਤ ਖੁਸ਼ੀ ਦੀ ਗੱਲ ਹੈਗੀ ਆ। ਇਹਨਾਂ ਦਾ ਜਿਹੜਾ ਰਿਜ਼ਲਟ ਬਹੁਤ ਅੱਛਾ ਹੈਗਾ। ਲੋਕਲ ਨੇ, ਇਹ ਵੀ ਪਬਲਿਕ ਪ੍ਰੋਸੀਕਿਊਟਰ ਨੇ। ਇਹ ਮਿਸਟਰ ਰਣਜੀਤ ਰਾਣਾ, ਇਹ ਸਾਡੇ LIC 'ਚ ਲਾਅ ਆਫਿਸਰ ਲੱਗੇ ਹੋਏ ਨੇ। ਤੋ ਇਹ ਪ੍ਰਦੀਪ ਸਿੰਘ ਹੈ। ਇਹ ਪ੍ਰਦੀਪ ਸਿੰਘ ਸਾਡੇ ਮੋਹਾਲੀ ਲੱਗੇ ਨੇ ਪਬਲਿਕ ਪ੍ਰੋਸੀਕਿਊਟਰ। ਇਹ ਕੇਸ਼ਵ ਅਗਨੀਹੋਤਰੀ ਜਿਹੜੀ ਹੁਣੇ ਗੱਲ ਕੀਤੀ ਮੈਂ ਤੁਹਾਨੂੰ ਕਿ 4 ਬੱਚੇ ਇੱਕੋ ਹੀ ਘਰ ਦੇ ਨੇ। ਇਹ ਪਹਿਲਾਂ ਕੋਸ਼ਿਸ਼ ਕੀਤੀ ਇਹਨਾਂ ਨੇ, ਉਦੋਂ ਐਗਜ਼ਾਮ ਨਾ ਆਇਆ, ਫਿਰ ਪਬਲਿਕ ਪ੍ਰੋਸੀਕਿਊਟਰ ਬਣ ਗਿਆ, ਸਰਕਾਰੀ ਵਕੀਲ ਬਣ ਗਿਆ। ਇਸੇ ਤਰ੍ਹਾਂ ਹੀ ਸਾਡੀ ਸੀਮਾ ਅਗਨੀਹੋਤਰੀ ਇਹਦੀ ਰੀਅਲ ਸਿਸਟਰ, ਉਹ ਵੀ ਪਬਲਿਕ ਪ੍ਰੋਸੀਕਿਊਟਰ ਬਣ ਗਈ, ਸਰਕਾਰੀ ਵਕੀਲ ਬਣ ਗਈ। ਸਰਕਾਰੀ ਵਕੀਲ ਤੋਂ ਹੁਣ ਦੋਨੋਂ ਜੱਜ ਬਣ ਗਏ। ਬਹੁਤ ਅੱਛਾ। ਦਰਸ਼ਕੋ ਹੁਣ ਅਸੀਂ ਤੁਹਾਡੀ ਮੁਲਾਕਾਤ ਸ਼੍ਰੀ RL ਚੌਹਾਨ ਜੀ ਨਾਲ ਕਰਵਾ ਰਹੇ ਹਾਂ ਜੋ ਕਿ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਰਿਟਾਇਰਡ ਨੇ ਅਤੇ ਅੱਜ ਕੱਲ੍ਹ ਸ਼ਿਵਾਲਕ ਜੁਡੀਸ਼ੀਅਲ ਅਕੈਡਮੀ ਜਲੰਧਰ ਵਿਖੇ ਇਹ ਜਿਹੜੇ ਬੱਚੇ, ਬੜੀ ਖੁਸ਼ੀ ਦੀ ਗੱਲ ਆ, ਜਿਹੜਾ ਲੇਟੈਸਟ ਆਇਆ ਰਿਜ਼ਲਟ, ਇਹਨਾਂ ਦੇ 7 ਬੱਚੇ ਉਹ ਜੱਜ ਬਣੇ ਹੈਗੇ। ਬੜੀ ਖੁਸ਼ੀ ਦੀ ਗੱਲ। ਹੁਣ ਤੱਕ ਇਹਨਾਂ ਦੇ 35 ਬੱਚੇ ਜੱਜ ਬਣ ਚੁੱਕੇ ਜਿਹੜੀ ਡਿਫਰੈਂਟ ਜਿਹੜੀ ਪੋਜੀਸ਼ਨ 'ਤੇ ਸੇਵਾ ਕਰ ਰਹੇ ਨੇ। ਚੌਹਾਨ ਸਾਹਿਬ ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ। ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਚੌਹਾਨ ਸਾਹਿਬ। ਇਹ ਜਿਹੜੀ ਖਾਸ ਤੌਰ 'ਤੇ ਇਹ ਜਿਹੜੀ ਜੁਡੀਸ਼ੀਅਲ ਅਕੈਡਮੀ ਦਾ ਤੁਹਾਡੇ ਮਨ 'ਚ ਵਿਚਾਰ ਕਿਵੇਂ ਆਇਆ ਸੀ? ਕਦੋਂ ਇਹ ਸ਼ੁਰੂ ਕੀਤੀ ਤੁਸੀਂ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। दर्शकों, मैं रिटायर्ड जज हूँ। पंजाब गवर्नमेंट ਦੇ ਵਿੱਚ 40 ਸਾਲ ਮੈਂ ਨੌਕਰੀ ਲਗਾਤਾਰ ਕੀਤੀ। ਸਾਰੇ ਪੰਜਾਬ 'ਚ ਲਗਭਗ ਸਾਰੇ ਹੀ ਸਟੇਸ਼ਨਾਂ 'ਤੇ ਮੈਂ ਰਹਿ ਚੁੱਕਾ। ਤੋ ਮੈਂ ਮੈਟ੍ਰਿਕੂਲੇਟ ਸੀ ਜਦੋਂ ਮੈਂ ਨੌਕਰੀ 'ਚ ਐਂਟਰ ਕੀਤਾ ਤੇ ਖੁਦ ਆਪ ਈਵਨਿੰਗ ਕਲਾਸਿਸ ਜੁਆਇਨ ਕਰਕੇ ਮੈਂ BA ਕੀਤੀ, ਲਾਅ ਕੀਤਾ, ਕੰਪੀਟੀਸ਼ਨ 'ਚ ਆਏ, ਫਿਰ ਬਤੌਰ ਮੈਂ ਜੱਜ ਬਣਿਆ। ਵਾਹ ਵਾਹ ਵਾਹ। ਅੱਛਾ, ਉਸ ਪੀਰੀਅਡ ਦੇ ਦੌਰਾਨ ਜੋ ਮੇਰਾ ਤਜਰਬਾ ਹੋਇਆ, ਮੇਰੀਆਂ 2 ਬੇਟੀਆਂ ਸੀ। ਹਾਂਜੀ। ਸਭ ਤੋਂ ਪਹਿਲਾਂ ਤਾਂ ਮੈਂ ਆਪਣੀਆਂ ਬੇਟੀਆਂ ਦੀ ਤਿਆਰੀ ਕਰਾਈ ਬਤੌਰ ਜੱਜ। ਹਾਂਜੀ। ਜਦੋਂ LLB ਕਰ ਹੀ ਰਹੀਆਂ ਸੀਗੀਆਂ, ਹਾਂਜੀ, ਉਦੋਂ ਹੀ ਤਿਆਰੀ ਕਰਾਈ। ਸਾਡੇ ਕੋਲ 3 ਮਹੀਨੇ ਦਾ ਟਾਈਮ ਸੀ। 3 ਮਹੀਨਿਆਂ 'ਚ ਬੱਚਿਆਂ ਨੂੰ ਤਿਆਰੀ ਕਰਾਈ। ਦੋਨੋਂ ਬੱਚੀਆਂ ਇੱਕੋ ਬੈਚ ਦੇ ਵਿੱਚ 2008 'ਚ ਸਿਲੈਕਟ ਹੋ ਗਈਆਂ ਬਤੌਰ ਜੱਜ। LLB ਉਸੇ ਮਹੀਨੇ ਕੀਤੀ ਤੇ ਉਸੇ ਮਹੀਨੇ ਉਹਨਾਂ ਦੀ ਸਿਲੈਕਸ਼ਨ ਹੋ ਗਈ। ਵੈਰੀ ਗੁੱਡ, ਵੈਰੀ ਗੁੱਡ। ਜਦੋਂ ਮੇਰੀ ਰਿਟਾਇਰਮੈਂਟ ਹੋਈ ਤੇ ਉਹ ਬੇਟੀਆਂ ਮੇਰੀਆਂ ਦੋਨੋਂ ਕਹਿਣ ਲੱਗੀਆਂ, ਬਈ ਪਾਪਾ ਜੀ ਹੋਰ ਤੁਸੀਂ ਕੋਈ ਕੰਮ ਨਹੀਂ ਕਰਨਾ, ਜਿੱਦਾਂ ਸਾਨੂੰ ਤੁਸੀਂ ਟ੍ਰੇਨ ਕੀਤਾ ਇੱਦਾਂ ਹੀ ਬਾਕੀ ਸਾਰੇ ਬੱਚੇ ਬਹੁਤ ਵੇਟ ਕਰਦੇ ਨੇ। ਪ੍ਰੋਪਰ ਗਾਈਡੈਂਸ ਦੀ ਉਹਨਾਂ ਨੂੰ ਮਤਲਬ ਮਿਲਦੀ ਨਹੀਂ ਹੈ, ਬੜੀ ਜ਼ਰੂਰਤ ਹੈ, ਤੁਸੀਂ ਉਹਨਾਂ ਨੂੰ ਤਿਆਰ ਕਰੋ। ਜੀ ਜੀ। ਤੇ ਮੈਨੂੰ ਖੁਦ ਵੀ ਪਤਾ ਸੀ ਕਿਉਂਕਿ ਜਦੋਂ ਮੈਂ LLB ਕੀਤੀ ਹੈ, ਜਦੋਂ ਮੈਂ ਜੱਜ ਬਣਿਆ, ਸਾਨੂੰ ਕੋਈ ਗਾਈਡ ਕਰਨ ਵਾਲਾ ਹੈ ਨਹੀਂ ਸੀਗਾ। ਤਾਂ ਮੈਨੂੰ ਸਾਰੀ ਸਟਰਗਲ ਖੁਦ ਆਪ ਕਰਨੀ ਪਈ। ਨਾਲੇ ਮੈਂ ਜਾਣਦਾ ਸੀ ਵੀ ਕਿੱਥੇ ਕਿੱਥੇ ਬੱਚਿਆਂ ਨੂੰ ਕਿੱਥੇ ਕਿੱਥੇ ਡੈਫੀਸ਼ੀਐਂਸੀ ਆ, ਕਿੱਦਾਂ ਠੀਕ ਕਰਾਉਣਾ ਚਾਹੀਦਾ। ਤਾਂ ਇਸ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਜਿੰਨੀ ਮੈਂ ਹੁਣ ਤੱਕ ਨੌਲੇਜ ਗੇਨ ਕੀਤੀ ਹੈ,
ਇਹ ਨੌਲੇਜ ਮੈਂ ਬੱਚਿਆਂ ਦੇ ਨਾਲ ਸ਼ੇਅਰ ਕਰਦਾ। ਬਹੁਤ ਅੱਛੀ ਗੱਲ। ਤੋਂ 2011 ਦੇ ਵਿੱਚ 2011 ਚ ਮੈਂ ਸ਼ੁਰੂ ਕੀਤਾ ਹੈ। 2011 ਦੇ ਵਿੱਚ ਸਭ ਤੋਂ ਪਹਿਲਾ ਬੱਚਾ ਮੇਰੇ ਕੋਲ ਸੁਮਨ ਅਗਨੀਹੋਤਰੀ, ਇੱਥੋਂ ਦੇ ਲੋਕਲ ਪ੍ਰੈਜ਼ੀਡੈਂਟ ਸੀਗੇ ਮਿਸਟਰ ਜੀ.ਕੇ. ਅਗਨੀਹੋਤਰੀ, ਉਹਨਾਂ ਦੀ ਬੇਟੀ ਹਾਂਜੀ ਪੜ੍ਹੀ। ਸਭ ਤੋਂ ਪਹਿਲਾ ਮੇਰਾ ਸਟੂਡੈਂਟ ਉਹ ਸੀਗਾ। ਅੱਛਾ ਜੀ। 2010 ਚ ਜੋ ਸਿਲੈਕਟ ਹੋਇਆ। ਹਾਂਜੀ। ਫਿਰ 2012 ਚ ਐਗਜ਼ਾਮੀਨੇਸ਼ਨ ਆਏ। ਹਾਂਜੀ। ਉਦੋਂ ਸਾਡੇ 8 ਕੈਂਡੀਡੇਟ ਇਕੱਠੇ ਮੇਰੇ ਹੀ ਆਪਣੀ ਅਕੈਡਮੀ ਦੇ ਆ ਗਿਆ। ਹਾਂਜੀ। ਉਹ ਇਸ ਤਰ੍ਹਾਂ ਫਿਰ ਹਰ ਸਾਲ ਜਦੋਂ ਵੀ ਐਗਜ਼ਾਮ ਹੁੰਦੇ ਨੇ ਉਹਦੇ ਵਿੱਚ 5, 7, 10 ਬੱਚੇ ਸਾਡੇ ਆਪਣੇ ਸਿਲੈਕਟ ਹੋ ਜਾਂਦੇ ਨੇ। ਮੈਂ ਬੱਚੇ ਦੀ ਤਿਆਰੀ ਇਸ ਕਦਰ ਕਰਾਉਣਾ ਕਿ ਬੱਚੇ ਨੂੰ ਇੰਨਾ ਕਾਬਲ ਬਣਾਇਆ ਜਾਵੇ, ਉਹਦੇ 'ਚ ਇੰਨੀ ਕਾਬਲੀਅਤ ਭਰੀ ਜਾਵੇ ਕਿ ਉਹ ਜੱਜ ਦੀ ਕੁਰਸੀ ਤੇ ਜੇ ਬੈਠਾ ਹੋਵੇ ਬੱਚਾ ਤੇ ਉਹਨੂੰ ਬਤੌਰ ਜੱਜ ਕੰਮ ਕਰਦਿਆਂ ਕੋਈ ਪ੍ਰੋਬਲਮ ਨਾ ਆਵੇ, ਤੇ ਜੇ ਉਹ ਬਤੌਰ ਵਕੀਲ ਆਰਗੂ ਕਰ ਰਿਹਾ ਹੋਵੇ ਤੇ ਉਹਨੂੰ ਤਦ ਵੀ ਕੋਈ ਪ੍ਰੋਬਲਮ ਨਾ ਆਵੇ। ਜੇ ਉਹ ਲਾਅ ਆਫੀਸਰ ਲੱਗਾ ਤਾਂ ਤਦ ਵੀ ਪ੍ਰੋਬਲਮ ਨਾ ਆਵੇ। ਹਾਂਜੀ। ਤਾਂ ਹੁਣ ਤੱਕ ਜਿਹੜੇ ਮੇਰੇ ਬੱਚੇ ਮੈਂ ਖੁਦ ਤਿਆਰ ਕੀਤੇ ਨੇ, ਹਾਂਜੀ, ਹੁਣ ਇਸ ਵਾਰੀ 6 ਬੱਚੇ ਮੇਰੇ ਪੰਜਾਬ ਚ ਆ ਗਿਆ। ਇੱਕ ਬੱਚਾ ਜਿਹੜਾ ਦਿੱਲੀ ਸਿਲੈਕਟ ਹੋਇਆ। ਹਾਂਜੀ। ਟੋਟਲ ਹੁਣ ਤੱਕ ਮੈਂ 35 ਜੱਜ ਜਿਹੜੇ ਨੇ ਬੱਚੇ ਬਣਾਏ ਹੋਏ ਨੇ, ਕਿਉਂਕਿ ਮੈਂ ਹਰ ਬੱਚੇ ਨੂੰ ਆਪਣਾ ਬੱਚਾ ਸਮਝ ਕੇ ਫਿਰ ਉਹਨੂੰ ਮੈਂ ਤਿਆਰੀ ਕਰਾਉਣਾ। ਉਹਦੇ ਚ ਇੰਨਾ ਡਿਸਿਪਲਿਨ ਲਿਆਈਦਾ, ਕਿਉਂਕਿ ਪਹਿਲਾਂ ਸਭ ਤੋਂ ਪਹਿਲਾਂ ਬੱਚੇ ਦੇ ਮਨ 'ਚ ਇਹ ਰੱਖੀਦਾ ਬਈ ਸਟਰੋਂਗ ਡਿਟਰਮੀਨੇਸ਼ਨ ਬਣਾਓ ਆਪਣਾ। ਆਪਾਂ ਪਾਰਟਸ ਵਿੱਚ ਕਰਦੇ ਹਾਂ ਕਿ ਮੰਨ ਲਓ ਕੁਝ ਬੱਚਿਆਂ ਨੇ ਅਗਲੇ ਦਾਖਲ ਹੋਣਾ, ਤੁਹਾਡੇ ਕੋਲ ਟ੍ਰੇਨਿੰਗ ਲੈਣੀ ਹੈਗੀ ਆ, ਕਿੰਨੇ ਤੋਂ ਕਿੰਨੇ ਤੱਕ ਤੁਸੀਂ ਇੱਥੇ ਪੜ੍ਹਾਉਂਦੇ ਹੋ? ਤੇ ਮੰਨ ਲਓ ਜੇ ਕੋਈ ਬਾਹਰਲੇ ਬੱਚੇ ਹੈਗੇ, ਕੁਛ ਇੱਥੇ ਰੈਜ਼ੀਡੈਂਸ ਦਾ ਵੀ ਕੋਈ ਸਮਥਿੰਗ ਇੱਦਾਂ ਦਾ ਅਰੇਂਜਮੈਂਟ ਹੈ ਤੁਹਾਡੇ ਕੋਲ? ਹਾਂ, ਸਾਡੇ ਕੋਲ ਬੱਚੇ ਉਦੋਂ ਆਉਂਦੇ ਨੇ ਜਦੋਂ ਲਾਅ ਕੀਤੀ ਹੋਵੇ। ਪਹਿਲਾਂ ਲਾਅ ਦੀ ਡਿਗਰੀ ਹੋਈ ਹੋਵੇ, ਬੇਸਿਕ ਡਿਗਰੀ ਹੋਈ ਹੋਵੇ। ਲਾਅ ਦੀ ਡਿਗਰੀ ਜਿਹੜੀ ਹੈ ਬੜਾ ਆਸਾਨ ਤਰੀਕਾ। ਜੇ ਤਾਂ ਬੱਚੇ ਨੇ 10+2 ਕੀਤੀ ਹੋਈ ਹੈ, ਫਿਰ 5 ਸਾਲ ਦਾ ਲਾਅ ਦਾ ਕੋਰਸ ਹੈ, 5 ਸਾਲਾਂ 'ਚ ਲਾਅ ਹੋ ਜਾਣੀ। ਤਾਂ ਜੇ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ, ਫਿਰ 3 ਸਾਲਾਂ 'ਚ ਲਾਅ ਹੋ ਜਾਣੀ। ਲਾਅ ਕਰਨ ਤੋਂ ਬਾਅਦ ਫਿਰ ਮੇਰੇ ਕੋਲ ਬੱਚੇ ਆਉਂਦੇ ਨੇ, ਫਿਰ ਮੇਰੇ ਕੋਲ 1 ਸਾਲ ਮਿਨੀਮਮ ਮੈਂ ਉਹਨਾਂ ਨੂੰ ਆਪਣੇ ਕੋਲ ਰੱਖਦਾ। ਕਿਉਂਕਿ 1 ਸਾਲ ਦੇ ਵਿੱਚ ਜਿੰਨੇ ਸਬਜੈਕਟ ਹੈ ਸਾਡੇ 26 ਟੌਪਿਕਸ ਨੇ। ਅੱਛਾ ਜੀ। IPC, CRPC, ਐਵੀਡੈਂਸ ਐਕਟ, CPC, ਕੰਟਰੈਕਟ ਐਕਟ, ਇਹ ਸਾਰੇ ਦੇ ਸਾਰੇ ਮੈਂ ਖੁਦ ਹੀ ਪੜ੍ਹਾਉਣੇ ਨੇ ਉਹਨਾਂ ਨੂੰ। ਅੱਛਾ ਜੀ। ਤਾਂ ਉਹਦੇ ਵਾਸਤੇ 1 ਸਾਲ ਲੱਗਦਾ। ਕਈ ਵਾਰੀ ਪੇਰੈਂਟਸ ਚਾਹੁੰਦੇ ਨੇ ਵੀ ਸਾਡੇ ਬੱਚੇ ਨੂੰ ਕੋਈ ਸਿਕਿਉਰਿਟੀ ਮਿਲੇ। ਇੱਥੋਂ ਦੇ ਪ੍ਰੋਪਰਾਈਟਰ ਸਾਡੇ ਨੇ ਅਨਿਲ ਦੀਵਾਨ ਜੀ। ਹਾਂਜੀ। ਅੱਛਾ, ਉਹਨਾਂ ਨੇ ਲੜਕੀਆਂ ਵਾਸਤੇ ਖਾਸ ਤੌਰ ਤੇ ਬੜੀ ਫੈਸਿਲਿਟੀ ਕੀਤੀ ਹੋਈ ਹੈ। 12 ਕਮਰੇ ਇੱਥੇ ਸਾਡੇ ਰਿਜ਼ਰਵ ਰੱਖੇ ਨੇ। 24 ਲੜਕੀਆਂ ਐਟ ਏ ਟਾਈਮ ਇੱਥੇ ਰਹਿ ਸਕਦੀਆਂ। ਉਹਨਾਂ ਦੀ ਸਿਕਿਉਰਿਟੀ ਇੰਨੀ ਹੈ, ਪੇਰੈਂਟਸ ਜਦੋਂ ਇੱਥੇ ਛੱਡ ਕੇ ਜਾਂਦੇ ਨੇ ਉਹ ਬੇਫਿਕਰੇ ਹੋ ਕੇ ਜਾਂਦੇ ਨੇ ਕਿ ਸਾਡਾ ਬੱਚਾ ਹੁਣ ਸਿਕਿਉਰ ਹੈ, ਕਿਉਂਕਿ ਅਨਿਲ ਦੀਵਾਨ ਜੀ ਉਹਨਾਂ ਦੇ ਪੇਰੈਂਟਸ ਦੇ ਤੌਰ ਤੇ ਕੰਮ ਕਰਦੇ ਨੇ। ਬਹੁਤ ਅੱਛੀ ਗੱਲ। ਠੀਕ। ਖਾਣਾ ਪੀਣਾ ਟਾਈਮਲੀ। ਫਿਰ ਖੁਦ ਮੈਂ ਵੀ ਉਹਨਾਂ ਨੂੰ ਮਤਲਬ ਇਨਕੁਆਇਰੀ ਕਰਕੇ ਸਾਰੀ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੈ, ਕਿਉਂਕਿ ਜੇ ਗਰਮੀਆਂ ਤਾਂ ਉਹਨਾਂ ਦੇ AC ਲੱਗੇ ਹੋਏ ਨੇ, ਸਰਦੀਆਂ ਤੇ ਉਹਨਾਂ ਦੇ ਕਮਰੇ 'ਚ ਹੀਟਰ ਲੱਗੇ ਹੋਏ ਨੇ। ਮੋਰਓਵਰ ਉਹਨਾਂ ਦੀ ਸਿਕਿਉਰਿਟੀ ਇੰਨੀ ਹੈ ਕਿ ਸਾਰਾ ਮਤਲਬ ਸਾਰੀ ਅਕੈਡਮੀ ਉਹਨਾਂ ਦੇ ਵਾਸਤੇ ਖੁੱਲੀ ਹੈ, ਜਿੱਥੇ ਮਰਜ਼ੀ ਬੱਚਾ ਸੈਰ ਕਰੇ, ਗੇਮ ਲਾ ਸਕਦਾ, ਕਿਉਂਕਿ ਗੇਮ ਵੀ ਇੱਥੇ ਹੈਗੀ ਹੈ। ਬੈਡਮਿੰਟਨ ਦੀ ਗਰਾਊਂਡ ਹੈ, ਬਾਸਕਟਬਾਲ ਦੀ ਗਰਾਊਂਡ ਹੈ, ਬੱਚਿਆਂ ਦਾ ਜਿੱਧਰ ਦਿਲ ਕਰੇ ਉੱਧਰ ਬੱਚੇ ਜਾ ਸਕਦੇ। ਕੋਰਟ ਰੂਮ ਹੈ ਜੀ, ਕਚਹਿਰੀ ਹੈ। ਇਹਦੇ ਵਿੱਚ ਅਸੀਂ ਬੱਚਿਆਂ ਨੂੰ ਟ੍ਰੇਨ ਕਰਕੇ ਇੱਕ ਬੱਚੇ ਨੂੰ ਜੱਜ ਦੀ ਕੁਰਸੀ ਤੇ ਬਿਠਾਉਂਦੇ ਆ। ਵਾਹ ਵਾਹ ਵਾਹ। ਤੋਂ ਬਾਕੀ ਬੱਚਿਆਂ ਨੂੰ ਟ੍ਰੇਨਡ ਕਰਕੇ ਬਾਕੀ ਬੱਚਿਆਂ ਨੂੰ ਆਰਗੂਮੈਂਟ ਕਰਨ ਵਾਸਤੇ ਇੱਥੇ ਤਿਆਰ ਕਰਦੇ ਆ ਕਿ ਤੁਸੀਂ ਆਰਗੂ ਕਰੋ। ਨਾਲ ਜੱਜ ਨੂੰ ਇਹ ਹੁੰਦਾ ਬਈ ਅੱਜ ਹੀ ਫੈਸਲਾ ਕਰਕੇ ਤਦ ਉੱਠਣਾ ਉੱਥੋਂ ਸਟੇਜ ਤੋਂ, ਉਨੀ ਦੇਰ ਉੱਠਣਾ ਨਹੀਂ। ਤੋ ਇਹ ਪਿਛਲੇ ਪਾਸੇ ਸਾਰੇ ਸਟੂਡੈਂਟਸ ਬੈਠੇ ਹੁੰਦੇ ਨੇ, ਇੱਥੇ ਮੈਂ ਵੀ ਪਿੱਛੇ ਬੈਠਾ ਹੁੰਦਾ ਉਹਨਾਂ ਨੂੰ ਅਬਜ਼ਰਵ ਕਰਨ ਲਈ ਬਈ ਸਾਡੇ ਬੱਚੇ ਕਿਹੋ ਜਿਹੀ ਪਰਫਾਰਮੈਂਸ ਦਿੰਦੇ ਨੇ। ਕਿਉਂਕਿ ਬਾਅਦ ਦੇ ਵਿੱਚ ਕਲਾਸਰੂਮ 'ਚ ਜਾ ਕੇ ਫਿਰ ਸਾਰੇ ਬੱਚਿਆਂ ਨੂੰ ਦੱਸਣਾ ਵੀ ਇੱਥੇ ਬੇਟੇ ਤੁਸੀਂ ਗਲਤੀ ਕੀਤੀ, ਕਿਉਂਕਿ ਸਾਡੀ ਰਿਕਾਰਡਿੰਗ ਹੋਈ ਹੁੰਦੀ ਹੈ। ਰਿਕਾਰਡਿੰਗ ਫਿਰ ਉਹਨਾਂ ਨੂੰ ਦਿਖਾਈ ਦੀ ਹੈ, ਰਿਕਾਰਡਿੰਗ ਦਿਖਾ ਕੇ ਫਿਰ ਉਹਨਾਂ ਨੂੰ ਕਹੀਦਾ ਵੀ ਇੱਥੇ ਬੇਟੇ ਤੁਸੀਂ ਗਲਤੀ ਕੀਤੀ ਹੈ, ਇਹ ਗਲਤੀ ਅੱਗੇ ਤੋਂ ਨਹੀਂ ਹੋਣੀ। ਕਿਉਂਕਿ ਹਰ ਬੱਚੇ ਦੀ ਟਰਨ ਸਾਡੀ ਆਉਂਦੀ ਹੈ ਇੱਥੇ। ਵਾਹ ਵਾਹ। ਤੁਸੀਂ ਤਾਂ ਜੱਜ ਬਣਨ ਤੋਂ ਪਹਿਲਾਂ ਜੱਜ ਬਣਾ ਦਿੰਦੇ। ਇਸ ਜੱਜ ਦੀ ਕੁਰਸੀ ਤੇ ਬੈਠਣ ਦਾ ਹਰ ਇੱਕ ਬੱਚੇ ਨੂੰ ਮੌਕਾ ਮਿਲਦਾ, ਔਰ ਹਰ ਇੱਕ ਬੱਚੇ ਨੂੰ ਮੌਕਾ ਮਿਲਦਾ ਕਿ ਉਹ ਆਰਗੂ ਵੀ ਕਰ ਸਕੇ,
ਤਾਂ ਕਿ ਦੇਖੋ ਬੱਚੇ 'ਚ ਕਿਹੋ ਜਿਹੀ ਕੁਆਲਿਟੀ ਅਸੀਂ ਭਰਦੇ ਹਾਂ। ਇੱਕ ਤਾਂ ਬਤੌਰ ਜੱਜ ਦੀ ਕੁਰਸੀ ਤੇ ਬੈਠ ਕੇ ਪਹਿਲਾਂ ਕੰਮ ਕਰ ਸਕੇ, ਦੂਜਾ ਵਕੀਲ ਦੇ ਤੌਰ ਤੇ ਆਰਗੂ ਵੀ ਕਰ ਸਕੇ, ਤੀਜਾ ਉੱਥੇ ਕਲਾਸਰੂਮ ਦੇ ਵਿੱਚ ਉਹਨੂੰ ਸਟੇਜ ਤੇ ਵੀ ਲਿਆਣਾ, ਕਿਉਂਕਿ ਉਹਦੇ 'ਚ ਇਹੋ ਜਿਹੀ ਕੈਪੇਬਿਲਿਟੀ ਭਰਨੀ ਹੈ ਕਿ ਉਹਨੂੰ ਇੰਡੀਪੈਂਡੈਂਟ ਬਣਾ ਦੇਣਾ। ਚਾਹੇ ਇੱਥੋਂ ਟ੍ਰੇਨਿੰਗ ਲੈ ਕੇ ਬੱਚਾ ਜੱਜ ਦੇ ਤੌਰ ਤੇ ਬੈਠੇ, ਚਾਹੇ ਉਹ ਪ੍ਰੈਕਟਿਸ ਕਰ ਲਵੇ, ਚਾਹੇ ਲਾਅ ਆਫਿਸਰ ਬਣ ਜਾਏ, ਚਾਹੇ ਲੀਗਲ ਅਸਿਸਟੈਂਟ ਬਣ ਜਾਏ। ਸਾਡੇ ਹੁਣ ਮੇਰੇ ਕੋਲ ਬੱਚੇ ਜਿਹੜੇ ਨੇ 35 ਬੱਚੇ ਨੇ ਜਿਹੜੇ ਜੱਜਾਂ ਦੀਆਂ ਕੁਰਸੀਆਂ ਤੇ ਬੈਠੇ ਨੇ। ਉਹਨਾਂ ਦਾ ਤਜਰਬਾ ਮੈਂ ਇੱਥੇ ਹੀ ਕਰਾਇਆ ਹੋਇਆ ਸਾਰਾ, ਬਈ ਤੁਸੀਂ ਉੱਥੇ ਜਾ ਕੇ ਇਸ ਤਰੀਕੇ ਨਾਲ ਕੰਮ ਕਰਨਾ। ਵਾਹ ਵੀ ਵਾਹ, ਕੰਗ੍ਰੈਚੁਲੇਸ਼ਨ, ਬਹੁਤ ਅੱਛਾ। ਜਦੋਂ ਬੱਚਿਆਂ ਨੂੰ ਮੈਂ ਤਿਆਰੀ ਕਰਾਉਣਾ, ਹਾਂਜੀ, ਉਹਦੇ 'ਚ ਇਸ ਤਰੀਕੇ ਦੇ ਨਾਲ ਬੱਚਿਆਂ ਨੂੰ ਮੈਂ ਕਾਬਲ ਬਣਾਉਣਾ, ਉਹਨਾਂ 'ਚ ਇਹੋ ਜਿਹੀ ਕਾਬਲੀਅਤ ਭਰਦਾ ਕਿ ਜਦੋਂ ਉਹ ਪੇਪਰ ਦੇਣ, ਕਿਉਂਕਿ ਸਭ ਤੋਂ ਪਹਿਲਾਂ ਇਹਦੇ 'ਚ 3 ਸਟੇਜਸ ਨੇ ਜਿਹੜਾ PCS ਜੁਡੀਸ਼ੀਅਲ ਬਣਨ ਲਈ। ਪਹਿਲੀ ਸਟੇਜ ਹੈ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ, ਦੂਸਰੀ ਸਟੇਜ ਹੈ ਮੇਨ ਐਗਜ਼ਾਮੀਨੇਸ਼ਨ, ਤੀਜੀ ਇੰਟਰਵਿਊ ਦੀ। ਪਹਿਲੀ ਸਟੇਜ ਜਿਹੜੀ ਹੈ ਉਹਦੇ 'ਚ ਮੈਂ ਇਸ ਕਦਰ ਬੱਚੇ ਨੂੰ ਤਿਆਰ ਕਰਦਾ ਕਿ ਉਹਦੇ 'ਚ 80% ਤੋਂ ਉੱਪਰ ਨੰਬਰ ਆਉਣ। ਔਰ ਮੇਰੇ ਕੋਲ ਸਟੂਡੈਂਟ ਜਿਹੜੇ ਨੇ, ਫਿਰ ਅਸੀਂ ਪੂਰਾ ਉਹਦਾ ਰਿਕਾਰਡ ਰੱਖੀਦਾ। ਇੱਕ ਸਟੂਡੈਂਟ ਨੇ 98% ਮਾਰਕਸ ਲਏ। ਹਾਈ ਕੋਰਟ ਨੇ ਟੈਸਟ ਲਿਆ, ਕਿਉਂਕਿ ਟੈਸਟ ਹਾਈ ਕੋਰਟ ਲੈਂਦੀ ਹੈ, ਹਾਈ ਕੋਰਟ ਲੈਂਦੀ ਹੈ, ਉਹਨੇ 98%। ਫਿਰ ਕੁਝ ਬੱਚਿਆਂ ਦੇ 90%, 95%, 80% ਤੋਂ ਅਬਵ। ਇਹ ਸਾਡੀ ਲਿਸਟ ਹੈ। ਇਹਦੇ 'ਚ ਪਹਿਲਾ ਇੱਕ ਟਾਈਮ ਤੇ ਸੌਰਵ ਖੁੱਲਰ, ਉਹਨੇ 98.8% ਨੰਬਰ ਲਏ। ਫਿਰ ਨਵਜੋਤ ਕੌਰ ਹੈ 93.6, ਸਰਤਾਜ 93.6, ਫਿਰ ਨੈਕਸਟ ਹਰਨੂਰ 91.2, ਪ੍ਰਦੀਪ ਕੁਮਾਰ 90.4, ਰਿੰਕੀ ਬਹਿਲ 90%। ਇਹ ਰਿੰਕੀ ਬਹਿਲ ਹੁਣੇ ਜਿਹਦੀ ਮੈਂ ਗੱਲ ਕੀਤੀ ਕਿ ਉਹਨਾਂ ਦੀ ਡਾਟਰ ਇਨ ਲਾਅ, ਉਹਨਾਂ ਦੀ ਡਾਟਰ ਇਨ ਲਾਅ ਹੈ, ਉਹਦੇ 90% ਮਾਰਕਸ ਲਏ ਉਹਨੇ। ਫਿਰ ਜਿਸ ਤਰ੍ਹਾਂ ਬਾਕੀ ਜਿਹੜੇ ਹੈਗੇ ਜਸਵੀਰ ਕੁਮਾਰ, ਬਾਕੀ ਠੀਕ, ਥੈਂਕ ਯੂ। ਜਦੋਂ ਬੱਚੇ ਨੂੰ ਅਸੀਂ ਜੱਜ ਦੇ ਤੌਰ ਤੇ ਬਿਠਾਉਂਦੇ ਆ, ਉਸ ਤੋਂ ਬਾਅਦ ਬਾਕੀ ਬੱਚਿਆਂ ਨੇ ਆਰਗੂ ਕਰਨਾ ਹੁੰਦਾ। ਜੱਜ ਫਿਰ ਕੇਸ ਦੀ ਆਵਾਜ਼ ਲਵਾਉਂਦਾ। ਸਾਡਾ ਜਿਹੜਾ ਇੱਥੇ ਆਰਡਰਲੀ ਹੈ ਉਹ ਬਾਹਰ ਖੜਾ ਹੁੰਦਾ, ਉਹ ਫਿਰ ਕੌਜ਼ ਲਿਸਟ ਦੇਖ ਕੇ ਆਵਾਜ਼ ਲਾਉਂਦਾ। ਇਹ ਸਾਡੀ ਕੌਜ਼ ਲਿਸਟ ਲੱਗੀ ਹੋਈ ਹੈ ਇੱਕ ਦਿਨ ਦੀ। ਜਦੋਂ ਦੀ ਕੌਜ਼ ਲਿਸਟ ਲੱਗੀ ਹੋਈ ਹੈ, ਇਸ ਮੁਤਾਬਕ ਸਾਡੇ ਕੇਸ ਚੱਲਦੇ ਨੇ, ਇਸ ਮੁਤਾਬਕ ਅਸੀਂ ਫਿਰ ਬੱਚਿਆਂ ਨੂੰ ਅੱਗੇ ਫਰਦਰ ਉਹ ਆਰਗੂ ਕਰਦੇ ਨੇ। ਜੱਜ ਫਿਰ ਉਸ ਕੇਸ ਦਾ ਫੈਸਲਾ ਕਰਕੇ ਉੱਠਦੇ ਨੇ। ਵੈਰੀ ਗੁੱਡ। ਇੱਕ ਫੈਮਿਲੀ ਦੇ ਇੱਥੇ ਸਾਡੇ ਕੋਲ ਇੱਕ ਅਗਨੀਹੋਤਰੀ ਸਾਹਿਬ ਨੇ, GK ਅਗਨੀਹੋਤਰੀ, ਗੋਪਾਲ ਕ੍ਰਿਸ਼ਨ ਅਗਨੀਹੋਤਰੀ, ਉਹ ਪ੍ਰੈਜ਼ੀਡੈਂਟ ਰਹੇ ਬਾਰ ਦੇ ਕਿੰਨੀ ਵਾਰੀ। ਉਹਨਾਂ ਦੇ 3 ਬੱਚੇ, 2 ਲੜਕੀਆਂ 1 ਲੜਕਾ। ਅੱਛਾ, ਦੋਨੋਂ ਲੜਕੀਆਂ ਉਹ ਮੇਰੇ ਕੋਲ ਪੜ੍ਹੀਆਂ, ਦੋਨੇ ਜੱਜ ਬਣੀਆਂ। ਫਿਰ ਉਹਨਾਂ ਦਾ ਬੇਟਾ ਜਿਹੜਾ ਉਹ ਵੀ ਪੜ੍ਹਿਆ, ਉਹ ਵੀ ਜੱਜ ਬਣਿਆ। ਇੱਕ ਹੋਰ ਇੰਟਰਸਟਿੰਗ ਜਿਹੜੀ ਗੱਲ ਹੈ, ਜਿਹੜੀ ਬੇਟੇ ਨੇ ਜਿਹਦੇ ਨਾਲ ਸ਼ਾਦੀ ਕੀਤੀ, ਉਹ ਲੜਕੀ ਵੀ ਮੈਂ ਹੀ ਬਣਾਈ ਹੋਈ। ਹੁਣ ਇੱਕ ਘਰ ਦੇ ਵਿੱਚ 4 ਜੱਜ ਪੂਰੇ ਬੈਠੇ ਨੇ, ਉਹ ਚਾਰੇ ਜੱਜ ਮੇਰੇ ਕੋਲ ਪੜ੍ਹੇ ਹੋਏ ਨੇ, ਕਿਉਂਕਿ ਮੈਂ ਆਪਣੇ ਬੱਚੇ ਸਮਝਦਾ ਉਹਨਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਰੱਖਿਆ ਹੋਇਆ। ਬਹੁਤ ਅੱਛੀ ਗੱਲ, ਬਹੁਤ ਅੱਛੀ ਗੱਲ। ਇੱਕ ਦੋ ਗੱਲਾਂ ਹੋਰ ਮੈਂ ਪੁੱਛਣੀਆਂ ਹੈਗੀਆਂ। ਮੰਨ ਲਓ ਤੁਹਾਡੇ ਕੋਲ 30-40 ਬੱਚੇ ਹੈਗੇ, ਉਹਦੇ ਵਿੱਚੋਂ 6-7 ਪਹਿਲੇ ਅਟੈਂਪਟ ਵਿੱਚ ਹੋ ਗਏ ਕਲੀਅਰ। ਨੈਚੁਰਲੀ ਜਿਹੜੇ ਬਾਕੀ ਬੱਚੇ ਰਹਿ ਜਾਂਦੇ, ਥੋੜ੍ਹੀ ਜਿਹੀ ਡੈਸਪੀਰੇਸ਼ਨ ਹੁੰਦੀ, ਉਹਨਾਂ ਦੀ ਕਾਉਂਸਲਿੰਗ ਕਿਵੇਂ ਕਰਦੇ ਹੋ? ਫਿਰ ਅਗਲੇ ਸਾਲ ਦੇ ਐਗਜ਼ਾਮ ਵਿੱਚ ਵੀ ਜਿਹੜੇ ਬੱਚੇ ਬੈਠ ਸਕਦੇ ਹੈਗੇ? ਬਿਲਕੁਲ, ਉਹਨਾਂ ਵਾਸਤੇ, ਕਿਉਂਕਿ ਦੇਖੋ ਟੂ ਐਰ ਇਜ਼ ਹਿਊਮਨ, ਗਲਤੀਆਂ ਹਰ ਇਨਸਾਨ ਦੇ ਕੋਲ ਹੁੰਦੀਆਂ। ਜਿਹੜੀ ਫੇਲਿਅਰਸ ਆਰ ਪਿਲਰਸ ਆਫ ਸਕਸੈਸ। ਬਿਲਕੁਲ ਠੀਕ। ਜੇ ਬੱਚਾ ਇੱਕ ਵਾਰੀ ਫੇਲ ਹੋ ਗਿਆ, ਅਸਲ ਵਿੱਚ ਫੇਲ ਕਿੱਦਾਂ ਹੁੰਦਾ? ਉਹ ਬੱਚਾ ਬਿਲਕੁਲ ਚੋਟੀ ਤੇ ਪਹੁੰਚਿਆ ਹੁੰਦਾ, ਚੋਟੀ ਤੇ ਪਹੁੰਚਿਆ ਹੁੰਦਾ ਬੱਚਾ, ਉਦੋਂ ਉਹਨੂੰ ਚੋਟੀ ਤੇ ਪਹੁੰਚਿਆ ਤਾਂ ਰਹਿ ਜਾਂਦਾ ਬੱਚਾ। ਸਮਝੇ। ਜਦੋਂ ਬੱਚਾ ਰਹਿੰਦਾ, ਇਟ ਮੀਨਸ ਉਹ ਬੜਾ ਸਕਸੈਸ ਤੇ ਬਿਲਕੁਲ ਨਾਲ ਬੈਠਾ ਸੀ। ਇਸ ਬੱਚੇ ਨੂੰ ਕਾਉਂਸਲਿੰਗ ਉਹਦੀ ਇਹ ਕਰੀ ਦੀ ਵੀ, ਦੇਖੋ ਬੇਟੇ ਤੁਹਾਡੇ 3-4 ਨੰਬਰ ਦੀ ਗੱਲ ਰਹਿ ਗਈ, ਤੇ ਜੇ ਤੁਸੀਂ ਆਹ ਡੈਫੀਸ਼ੀਐਂਸੀ ਦੂਰ ਕਰੋ, ਅਗਲੇ ਅਟੈਂਪਟ ਤੇ ਹੋ ਜਾਓਗੇ। ਹੁਣ ਤੁਸੀਂ ਇਹੋ ਜਿਹੀ ਤਿਆਰੀ ਕਰੋ ਕਿ ਉੱਭਰ ਕੇ ਤੁਸੀਂ ਅੱਗੇ ਆਓ। ਅੱਛਾ। ਤੁਸੀਂ ਹੁਣ ਉਹ ਤਿਆਰੀ ਜਿੱਥੇ ਡੈਫੀਸ਼ੀਐਂਸੀ, ਕਿਉਂਕਿ ਫਿਰ ਕੀ ਕਰੀਦਾ, ਉਹਨਾਂ ਬੱਚਿਆਂ ਦੇ ਅਸੀਂ ਪੇਪਰ ਹਾਈ ਕੋਰਟ ਚੋਂ ਕਢਵਾਈ ਦੇ ਨੇ,
ਉਹ ਪੇਪਰ ਬੱਚਿਆਂ ਦੇ ਮੈਂ ਦੇਖਦਾ। ਅੱਛਾ, ਉਹ ਦੇਖ ਲੈ, ਉਹਦੇ ਪਤਾ ਲੱਗ ਜਾਂਦਾ ਕਿੱਥੇ ਕਮੀ ਰਹਿ ਗਈ। ਬਿਲਕੁਲ, ਬੱਚਿਆਂ ਦੀ ਫਿਰ ਉਹ ਪੇਪਰ ਦੇਖ ਕੇ, ਕਿਉਂਕਿ ਅੱਜ ਕੱਲ ਕੀ ਹੈ, ਪੀਸੀਐਸ ਜੁਡੀਸ਼ੀਅਲ ਦੇ ਜਿੱਥੇ ਮਰਜੀ ਤੁਸੀਂ ਆਪਣੇ ਪੇਪਰ ਕਢਵਾ ਸਕਦੇ ਹੋ। ਵੈਰੀ ਗੁੱਡ। ਪੇਪਰ 'ਚ ਜਿਹੜੀ ਉਹਨਾਂ ਦੀ ਕਮੀ ਹੈ, ਫਿਰ ਉਹਨਾਂ ਬੱਚਿਆਂ ਦੀ ਕਮੀ ਦੂਰ ਕਰੀ ਦੀ। ਫਿਰ ਰੋਜ਼ ਦਾ ਉਹਨਾਂ ਦਾ ਕੁਐਸਚਨ, ਉਹਨਾਂ ਨੂੰ ਕਹਿਣਾ ਵੀ ਰੋਜ਼ ਦੇ 2 ਕੁਐਸਚਨ ਲਿਖੋ, ਲਿਖ ਕੇ ਮੈਨੂੰ ਦਿਖਾਓ। ਫਿਰ ਉਹਦੇ 'ਚ ਜਿੰਨੀਆਂ ਕਮਜ਼ੋਰੀਆਂ ਹੋਣੀਆਂ ਉਹ ਸਾਰੀਆਂ ਰਿਮੂਵ ਕਰ ਦੇਣੀਆਂ। ਅਗਲੀ ਵਾਰੀ 'ਚ ਉਹੀ ਬੱਚੇ ਜਿਹੜੇ ਨੇ ਹੁਮ ਹਵਾ ਕੇ ਆਉਂਦੇ ਨੇ। ਠੀਕ ਠੀਕ। ਕੁਛ ਤਾਂ ਈਵਨ ਹਾਂਜੀ ਹਾਂਜੀ, ਕੁਛ ਬੱਚੇ ਜਿਹੜੇ ਨੇ ਉਹ ਟੌਪਰ ਬਣ ਕੇ ਆਉਂਦੇ ਨੇ, ਟੌਪ ਵੀ ਕਰਦੇ ਨੇ। ਜਿਹੜਾ ਬੱਚਾ ਇੱਕ ਵਾਰੀ ਰਹਿ ਗਿਆ, ਕਿਉਂਕਿ ਲਾਅ ਸੇਮ ਹੈ, ਸਾਰਾ ਸਿਲੇਬਸ ਉਹਨਾਂ ਨੇ ਕੀਤਾ ਹੁੰਦਾ, ਉਹੀ ਸਿਲੇਬਸ ਹੈ, ਉਹਦੇ 'ਚ ਕੋਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਤੋ ਇਸ ਤਰੀਕੇ ਨਾਲ ਬੱਚੇ ਨੂੰ ਇਸ ਕਦਰ ਮੈਂ ਤਿਆਰ ਕਰਦਾ ਤਾਂ ਕਿ ਬੱਚੇ ਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ। ਇੱਕ ਦੋ ਗੱਲਾਂ ਹੋਰ ਮੈਂ ਜਾਣਨਾ ਚਾਹੁੰਦਾ। ਜਿਵੇਂ ਤੁਸੀਂ ਮੈਨੂੰ ਦੱਸਿਆ, ਪਹਿਲਾਂ ਪ੍ਰੀਲਿਮਿਨਰੀ ਆ, ਫਿਰ ਮੇਨ ਆ, ਮੰਨ ਲਓ ਇਹ ਦੋਨੋਂ ਹੀ ਹੋ ਗਏ ਬੱਚੇ ਦੇ ਕਲੀਅਰ। ਖਾਸ ਤੌਰ ਤੇ ਜਿਹੜਾ ਇੰਟਰਵਿਊ ਵਾਲਾ ਹੁੰਦਾ ਉਹ ਵੀ ਬਹੁਤ ਟਫ ਹੁੰਦਾ। ਇੰਟਰਵਿਊ ਫੇਸ ਕਿਵੇਂ ਕਰਨੀ ਆ? ਬਿਲਕੁਲ, ਇੰਟਰਵਿਊ ਤੇ ਦੇਖੋ ਉਹਦੇ ਲਈ ਕਿਵੇਂ ਤੁਸੀਂ ਬੱਚਿਆਂ ਨੂੰ ਖਾਸ ਤੌਰ ਤੇ ਟ੍ਰੇਨ ਕਰਦੇ ਹੋ? ਇੰਟਰਵਿਊ ਦੇ ਸਾਡੇ 100 ਨੰਬਰ ਰੱਖੇ ਹੋਏ ਨੇ। 950 ਨੰਬਰ ਰਿਟਨ ਦੇ। ਅੱਛਾ ਜੀ। ਤੇ 100 ਨੰਬਰ ਇੰਟਰਵਿਊ ਦਾ। ਅੱਛਾ ਜੀ। ਹਰ ਇੱਕ ਟੋਟਲ ਨੰਬਰ ਉਹਨੇ 50 ਨੰਬਰ ਲੈਣੇ ਨੇ ਜਨਰਲ ਕੈਟਾਗਰੀ ਵਾਲਿਆਂ ਨੇ। ਅੱਛਾ ਜੀ। ਰਿਜ਼ਰਵ ਕੈਟਾਗਰੀ ਦੇ 45% ਜ਼ਰੂਰੀ ਹੈ ਅੱਛਾ ਜੀ, ਕੁਆਲੀਫਾਈ ਕਰਨ ਲਈ। ਜੇ ਕਿਸੇ ਦੇ 50% ਨਹੀਂ ਆਏ ਤੇ ਉਹ ਬੱਚਾ ਸਿਲੈਕਟ ਨਹੀਂ ਹੋ ਸਕਦਾ। ਇੰਟਰਵਿਊ ਵਾਸਤੇ ਫਿਰ ਮੈਂ ਇੱਥੇ ਅਸੀਂ ਬੋਰਡ ਆਪਣਾ ਬਣਾਇਆ ਹੋਇਆ। ਅਸੀਂ ਬੋਰਡ ਬਣਾਇਆ ਹੋਇਆ, ਕੋਰਟ ਰੂਮ ਸਾਡਾ ਆਪਣਾ ਹੈ। ਕੋਰਟ ਰੂਮ 'ਚ ਬੈਠ ਕੇ ਬੋਰਡ ਬਣਿਆ ਹੋਇਆ। ਨੈਟ ਤੇ ਅਸੀਂ YouTube ਤੇ ਸਾਡੀਆਂ ਸਾਰੇ ਬੱਚਿਆਂ ਦੀਆਂ ਇੰਟਰਵਿਊਜ਼ ਅਵੇਲੇਬਲ ਨੇ। ਉਹਦੇ ਵਿੱਚ ਬੱਚੇ ਨੂੰ ਬੋਲਣ ਦੀ ਜਿਹੜੀ ਝਾਕਾ ਉਸ ਇੰਟਰਵਿਊ 'ਚ ਉਹਦੀ ਕੱਢਣੀ ਹੈ। ਇੰਟਰਵਿਊ ਤੋਂ ਪਹਿਲਾਂ 4-5 ਵਾਰੀ ਉਹਦੀ ਇੰਟਰਵਿਊ ਅਸੀਂ ਖੁਦ ਮੈਂ ਕੰਡਕਟ ਕਰਨੀ ਹੈ। ਜੋ ਹਾਈ ਕੋਰਟ ਨੇ ਸਵਾਲ ਪੁੱਛਣੇ ਨੇ ਉਹਨਾਂ ਬੱਚਿਆਂ ਨੂੰ ਪਹਿਲਾਂ ਹੀ ਪੁੱਛ ਕੇ ਟ੍ਰੇਨ ਕਰਕੇ ਅੱਗੇ ਭੇਜਣਾ ਤਾਂ ਕਿ ਉੱਥੇ ਜਾ ਕੇ ਉਹਨਾਂ ਨੂੰ ਪ੍ਰੋਬਲਮ ਨਾ ਆਵੇ। ਇਸ ਤੋਂ ਇਲਾਵਾ ਬੱਚਿਆਂ ਨੂੰ ਜਦੋਂ ਕਲਾਸ ਲੱਗੀ ਹੋਈ ਹੋਵੇ, ਕੱਲੇ ਕੱਲੇ ਬੱਚੇ ਨੂੰ ਸਟੇਜ ਤੇ ਲਿਆਈਦਾ ਤਾਂ ਕਿ ਉਹਨਾਂ ਦੀ ਬੋਲਣ ਦੀ ਜਿਹੜੀ ਹੈਜੀਟੇਸ਼ਨ ਹੈ ਉਹ ਇੱਥੇ ਦੂਰ ਹੋਵੇ। ਅੱਛਾ, ਫਿਰ ਕੱਲੇ ਕੱਲੇ ਬੱਚੇ ਨੂੰ ਜੱਜ ਦੀ ਕੁਰਸੀ ਤੇ ਬਿਠਾਈਦਾ, ਕਿਉਂਕਿ ਅਸੀਂ ਆਪਣੀ ਕੋਰਟ ਇੱਥੇ ਬਣਾਈ ਹੋਈ ਹੈ, ਆਪਣੀ ਕੋਰਟ ਬਣਾਈ ਹੋਈ ਹੈ। ਬੱਚੇ ਜੱਜ ਦੀ ਕੁਰਸੀ ਤੇ ਇੱਕ ਬੱਚਾ ਬੈਠਦਾ, ਦੂਜੇ ਬੱਚੇ ਉਹ ਆਰਗੂਮੈਂਟ ਕਰਦੇ ਨੇ। ਉਸੇ ਜੱਜ ਨੇ ਉਸੇ ਟਾਈਮ ਫੈਸਲਾ ਕਰਕੇ ਉੱਠਣਾ, ਕਿਉਂਕਿ ਮੈਂ ਵੀ ਉੱਥੇ ਬੈਠਾ ਹੁੰਦਾ, ਮੈਂ ਉਹਨਾਂ ਨੂੰ ਆਬਜ਼ਰਵ ਕਰਦਾ। ਫਿਰ ਉਹਨਾਂ ਦੀਆਂ ਜਿੰਨੀਆਂ ਵੀਕਨੈਸਸ ਹੈ ਬੋਲਣ ਦੀਆਂ, ਗੱਲ ਕਰਨ ਦੀਆਂ, ਲਿਖਾਣ ਦੀਆਂ, ਉਹ ਸਾਰੀਆਂ ਮੈਂ ਉਹਨਾਂ ਦੀਆਂ ਰਿਮੂਵ ਕਰ ਦੇਣੀ। ਇਸ ਤਰੀਕੇ ਨਾਲ ਬੱਚਿਆਂ ਨੂੰ ਅਸੀਂ ਇੰਟਰਵਿਊ ਲਈ ਤਿਆਰ ਕਰਦੇ ਹਾਂ। ਅੱਛਾ, ਇੱਕ ਮੈਂ ਥੋੜਾ ਜਿਹਾ ਹੋਰ ਕਲੈਰੀਫਿਕੇਸ਼ਨ ਚਾਹੁੰਦਾ। ਜਿਵੇਂ PCS ਐਗਜ਼ੈਕਟਿਵ ਹੈਗਾ, ਉਹਦਾ ਐਗਜ਼ਾਮ ਇੰਟਰਵਿਊ ਵਿੱਚ ਉਹ ਤਾਂ ਕੋਈ ਵੀ ਟੌਪਿਕ ਪੁੱਛ ਲੈਂਦੇ ਹੈਗੇ ਆ। ਜਿਹੜਾ ਇਹਦੇ ਜੁਡੀਸ਼ੀਅਲ ਵਿੱਚ ਸਿਰੇ ਤੁਹਾਡੇ ਜਿਹੜੇ ਇਹ ਜਿਹੜਾ ਸਿਲੇਬਸ ਵਾਲੇ ਜੁਡੀਸ਼ਰੀ ਵਾਲੇ ਇੰਟਰਵਿਊ 'ਚ ਸਵਾਲ ਪੁੱਛੇ ਜਾਂਦੇ ਜਾਂ ਜਨਰਲ ਨੌਲੇਜ ਕੋਈ ਇਸ ਤਰ੍ਹਾਂ ਦੇ ਵੀ ਪੁੱਛੇ ਜਾ ਸਕਦੇ ਹੈਗੇ? ਸਾਡੀ ਜਦੋਂ ਇੰਟਰਵਿਊ ਲੈਂਦੇ ਨੇ, ਹਾਂਜੀ, ਕਿਉਂਕਿ ਇੰਟਰਵਿਊ ਬੋਰਡ ਦੀ ਆਪਣੀ ਡਿਸਕ੍ਰਿਪਸ਼ਨ ਹੈ। ਅੱਛਾ ਅੱਛਾ, ਉਹ ਕੋਈ ਉਹਦੇ 'ਚ ਰਿਸਟ੍ਰਿਕਸ਼ਨ ਨਹੀਂ ਹੈ। ਅੱਛਾ, ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਅੱਛਾ, ਚਾਹੇ ਉਹ ਜਨਰਲ ਸਟੱਡੀ ਦਾ ਜਿਹੜਾ ਮਰਜ਼ੀ ਪੁੱਛੇ, ਜਿੱਥੋਂ ਮਰਜ਼ੀ ਪੁੱਛ। ਇੱਕ ਬੱਚੇ ਨੇ ਮੈਨੂੰ ਆ ਕੇ ਦੱਸਿਆ, ਜਲੰਧਰ ਦਾ ਬੱਚਾ ਸੀ, ਕਹਿੰਦਾ ਜੀ ਮੇਰੇ ਕੋਲ ਸਵਾਲ ਪੁੱਛਿਆ ਵੀ ਤੁਸੀਂ ਹੈ ਕਿੱਥੋਂ ਦੇ ਨੇ? ਹਾਂਜੀ, ਕਹਿੰਦਾ ਜੀ ਮੈਂ ਜਲੰਧਰ ਹੈ। ਹਾਂਜੀ, ਕਹਿੰਦਾ ਵੀ ਜੇ ਜਲੰਧਰ ਤੁਹਾਡਾ ਕੋਈ ਦੋਸਤ ਫੋਰਨ ਕੰਟਰੀ 'ਚੋਂ ਆਵੇ, ਹਾਂਜੀ, ਤਾਂ ਫਿਰ ਉਹਨੂੰ ਕੀ ਦਿਖਾਓਗੇ ਤੁਸੀਂ? ਬੱਚਾ ਕਹਿੰਦਾ ਜੀ ਮੈਂ ਹਵੇਲੀ ਲੈ ਕੇ ਜਾਊਂਗਾ, ਮੈਂ ਸਾਇੰਸ ਸਿਟੀ ਦਿਖਾਊਂਗਾ ਉੱਥੇ, ਠੀਕ ਠੀਕ, ਮੈਂ ਆਪਣੇ ਜਲੰਧਰ ਦੀਆਂ ਜਿੰਨੀਆਂ ਫੈਕਟਰੀਜ਼ ਹੈ, ਇੰਪੋਰਟੈਂਟ ਸਪੋਰਟਸ ਹੈ ਸਾਡੀ, ਉਹ ਸਾਰਾ ਚੀਜ਼ ਜੋ ਜੋ ਫੈਮੀਲੀਅਰ ਹੈ ਉਹ ਦਿਖਾਓ। ਇਹੋ ਜਿਹੇ ਕੁਛ ਵੀ ਪੁੱਛ ਸਕਦੇ ਨੇ। ਬਿਲਕੁਲ ਠੀਕ। ਤਾਂ ਬੱਚੇ ਨੂੰ ਮੈਂ ਪਹਿਲਾਂ ਤਿਆਰ ਕੀਤਾ ਹੁੰਦਾ ਬਈ ਤੁਸੀਂ ਕੋਈ ਵੀ ਸਵਾਲ ਆਵੇ ਤੇ ਘਬਰਾਣਾ ਨਹੀਂ। ਹਾਂ, ਜੇ ਕਈ ਵਾਰੀ ਕੋਈ ਇਹੋ ਜਿਹੇ ਸਵਾਲ ਪੁੱਛ ਲੈਂਦੇ ਨੇ ਜਿਹਦਾ ਤੁਹਾਨੂੰ ਪਤਾ ਹੀ ਨਹੀਂ, ਜਿਹਦੀ ABC ਨਹੀਂ ਹੈ, ਤੇ ਇਹ ਕਹਿਣ 'ਚ ਕੋਈ ਹਰਜ ਨਹੀਂ ਹੈ, ਸੌਰੀ ਸਰ, I am having no such material to give your answer। ਬਿਲਕੁਲ ਠੀਕ ਠੀਕ। ਕਿਉਂਕਿ ਸਾਡੇ ਜਿੰਨੇ ਵੀ ਬੱਚੇ ਨੇ ਨਾ, ਉਹ ਸਾਰਿਆਂ ਨੂੰ ਇੰਗਲਿਸ਼ 'ਚ ਆਨਸਰ ਦੇਣੇ ਸਿਖਾਏ ਹੋਏ ਨੇ, ਇੰਗਲਿਸ਼ 'ਚ। ਕਿਉਂਕਿ ਦੇਖੋ ਹਰ ਨੋਬਡੀ ਕੈਨ ਬੀ ਪਰਫੈਕਟ। ਹਾਈ ਕੋਰਟ ਦੇ ਜੱਜਸ ਬੈਠੇ ਨੇ, ਹਾਂਜੀ ਹਾਂਜੀ, ਉਹ ਸਾਰੇ ਪਰਫੈਕਟ ਨਹੀਂ ਹੈ, ਕਿਤੇ ਨਾ ਕਿਤੇ ਹੀਅਰ ਐਂਡ ਦੇਅਰ ਗਲਤੀਆਂ ਹੋ ਜਾਂਦੀਆਂ। ਈਵਨ ਸੁਪਰੀਮ ਕੋਰਟ ਦੇ
ਮੈਂ ਆਪਣੇ ਬੱਚਿਆਂ ਨੂੰ ਇੰਨਾ ਕਾਬਲ ਬਣਾਇਆ ਹੋਇਆ। ਉਹ ਕਈ ਵਾਰੀ ਮੇਰੇ ਕੋਲ ਜਜਮੈਂਟਾਂ ਲਿਆਉਂਦੇ ਨੇ ਹਾਈ ਕੋਰਟ ਦੀਆਂ, ਕਹਿੰਦੇ ਜੀ ਹਾਈ ਕੋਰਟ ਦੇ ਜੱਜ ਨੇ ਗਲਤ ਜਜਮੈਂਟ ਦਿੱਤੀ ਹੈ। ਅੱਛਾ, ਮੈਨੂੰ ਵੀ ਉਹਨਾਂ ਦੇ ਨਾਲ ਸਹਿਮਤ ਹੋਣਾ ਪੈਂਦਾ, ਵਾਕਈ ਇਹ ਗਲਤ ਦਿੱਤੀ। ਫਿਰ ਮੈਂ ਉਹਨਾਂ ਨੂੰ ਦਿਖਾਉਂਦਾ ਵੀ ਇਹ ਗਲਤ ਦਿੱਤੀ ਹੈ, ਕੋਈ ਗੱਲ ਨਹੀਂ, ਆਹ ਦੇਖੋ ਸੁਪਰੀਮ ਕੋਰਟ ਨੇ ਉਹਨਾਂ ਦੀ ਗਲਤੀ ਨੂੰ ਠੀਕ ਕਰਤਾ। ਜੇ ਹਾਈ ਕੋਰਟ ਨੇ ਕੋਈ ਗਲਤੀ ਕੀਤੀ ਹੈ ਤਾਂ ਸੁਪਰੀਮ ਕੋਰਟ ਬੈਠੀ ਹੈ ਠੀਕ ਕਰਨ ਵਾਸਤੇ, ਸੁਪਰੀਮ ਕੋਰਟ ਉਹਨੂੰ ਠੀਕ ਕਰ ਦਿੰਦੀ। ਇਸ ਤਰੀਕੇ ਦੇ ਨਾਲ ਬੱਚਿਆਂ ਦੇ ਵਿੱਚ ਉਹ ਕਾਬਲੀਅਤ, ਉਹ ਕੈਪੇਬਿਲਿਟੀ ਮੈਂ ਲਿਆਉਂਦਾ ਇੰਟਰਵਿਊ 'ਚ, ਤਾਂ ਕਿ ਬੱਚੇ 'ਚ ਇੰਨੀ ਕਾਬਲੀਅਤ ਹੋਵੇ। ਜਿਹੜੇ ਇੰਟਰਵਿਊ ਬੋਰਡ ਵਾਲੇ ਹੈ ਨਾ, ਜੇ ਉਹ ਸਾਰੇ ਸਵਾਲ ਪੁੱਛ ਕੇ ਜੇ ਉਹ ਕਹਿਣ ਵੀ ਇਸ ਬੱਚਾ, ਜੇ ਇਹ ਬੱਚਾ ਅਸੀਂ ਇਗਨੋਰ ਕੀਤਾ ਤੇ ਅਸੀਂ ਇਨਜਸਟਿਸ ਕਰਦੇ ਰਹਾਂਗੇ, ਇਨਜਸਟਿਸ ਨਹੀਂ ਹੋਣ ਦੇਣਾ ਬੱਚੇ ਜੀ। ਚੌਹਾਨ ਸਾਹਿਬ, ਕਲਾਸਰੂਮ ਬਹੁਤ ਵਧੀਆ। ਤੋਂ ਬਾਅਦ ਕੋਰੋਨਾ ਵਾਇਰਸ ਕ੍ਰਾਈਸਿਸ ਤੋਂ ਬਾਅਦ ਫਿਰ ਬੱਚਿਆਂ ਦੀ ਬੜੀ ਡਿਮਾਂਡ ਸੀ ਕਿ ਸਰ ਅਸੀਂ ਘਰ ਵਿਹਲੇ ਬੈਠੇ ਆ, ਸਾਨੂੰ ਕੋਈ ਇੰਟਰਨੈਟ ਤੇ ਫੈਸਿਲਿਟੀ ਪ੍ਰੋਵਾਈਡ ਕਰੋ। ਇਸ ਅਕੈਡਮੀ ਦੇ ਪ੍ਰੋਪਰਾਈਟਰ ਜਿਹੜੇ ਨੇ ਮਿਸਟਰ ਅਨਿਲ ਦੀਵਾਨ, ਉਹਨਾਂ ਨੇ ਫਿਰ ਇਹਦੇ ਵਿੱਚ ਸਾਰਾ ਕੀਤਾ, ਆਪਣੀ ਐਪ ਬਣਾਈ, ਪੂਰੀ ਐਪ ਬਣਾਈ। ਹੁਣ ਅਸੀਂ ਉਸ ਐਪ ਰਾਹੀਂ ਬੱਚਿਆਂ ਨੂੰ ਘਰ ਬੈਠੇ ਹੀ ਸਾਰੀ ਕੋਚਿੰਗ ਦੇ ਰਹੇ ਹਾਂ, ਔਰ ਬੱਚਿਆਂ ਨੂੰ ਪੁੱਛਦੇ ਰਹਿੰਦੇ ਆ ਵੀ ਦੱਸੋ ਇਹਦੀ ਤੁਹਾਨੂੰ ਕਿੱਦਾਂ ਲੱਗ ਰਿਹਾ। ਕਲਾਸ 'ਚ ਜਦੋਂ ਸੀਗੇ ਤੇ ਹੁਣ ਕਹਿੰਦੇ ਜੀ ਸਾਨੂੰ ਕੁਛ ਮਹਿਸੂਸ ਨਹੀਂ ਹੋ ਰਿਹਾ, ਅਸੀਂ ਤਾਂ ਇੰਝ ਸਮਝਦੇ ਹਾਂ ਕਿ ਅਸੀਂ ਕਲਾਸ ਦੇ ਵਿੱਚ ਬੈਠੇ ਹਾਂ, ਕਿਉਂਕਿ ਮੈਂ ਲੈਕਚਰ ਉਹਨਾਂ ਦੇ ਇਸ ਤਰੀਕੇ ਨਾਲ ਤਿਆਰ ਕੀਤੇ ਨੇ ਕਿ ਉਹ ਘਰ ਬੈਠੇ ਹੀ ਪੂਰੀ ਦੀ ਪੂਰੀ, ਜਿੱਥੇ ਉਹਨਾਂ ਦੀ ਡਾਊਟ ਹੈ ਸਾਨੂੰ ਡਾਊਟ ਭੇਜਦੇ ਨੇ ਐਪ ਤੇ, ਉਸੇ ਦਿਨ ਅਸੀਂ ਨਾਲ ਦੀ ਨਾਲ ਹੀ ਉਹਨਾਂ ਦੀਆਂ ਡਾਊਟਸ ਜਿਹੜੀਆਂ ਕਲੀਅਰ ਕਰਦੇ ਹਾਂ। ਉਸੇ ਟਾਈਮ ਨਾਲ ਦੀ ਨਾਲ ਉਹਨਾਂ ਦੇ ਜੋ ਵੀ ਪ੍ਰੋਬਲਮ ਹੁੰਦੀ ਹੈ, ਪ੍ਰੋਬਲਮ ਡਿਸਕਸ ਕਰਕੇ ਨੈਟ ਤੇ ਭੇਜਦੇ ਹਾਂ। ਫਿਰ ਇੱਥੇ ਸਾਡੀ ਪ੍ਰੋਪਰ ਜਿਹੜੀ ਮੇਰੀ ਵੀਡੀਓ ਹੈ ਉਹ ਅਸੀਂ ਸੇਵ ਕੀਤੀ ਹੋਈ ਹੁੰਦੀ ਹੈ। ਕੁਝ ਬੱਚੇ ਫਿਰ ਡਿਮਾਂਡ ਕਰਦੇ ਨੇ ਵੀ ਸਾਨੂੰ ਵੀਡੀਓ ਜੀ ਸ਼ਾਮ ਨੂੰ ਵੀ ਅਸੀਂ ਦੇਖ ਲਈਏ, ਰਿਪੀਟ ਕਰ ਦਈਏ। ਇਹ ਸਾਡਾ ਸਿਸਟਮ ਸਾਹਮਣੇ ਸਕਰੀਨ ਹੈ, ਸਕਰੀਨ ਦੇ ਉੱਪਰ ਜਿੱਦਾਂ ਹੁਣ ਕੋਡ ਲੱਗੀ ਹੋਈ ਹੈ। ਇਹ ਸਾਡਾ ਸਟੂਡੈਂਟ ਜਿਹੜੀ ਹੈ ਸ਼ਿਵਾਨੀ ਹੁਣ ਇਹ ਜੱਜ ਬਣੀ ਹੈ, ਇਹ PCS ਜੁਡੀਸ਼ੀਅਲ 'ਚ ਹੁਣ ਸਿਲੈਕਟ ਹੋਈ ਹੈ। ਇਹਨੂੰ ਪਹਿਲਾਂ ਹੀ ਜੱਜ ਬਣਾਇਆ ਹੋਇਆ, ਇਹ ਸਾਡੀ ਕੋਰਟ ਦੇ ਵਿੱਚ ਸਾਰੇ ਸਟੂਡੈਂਟਸ ਆਰਗੂ ਕਰ ਰਹੇ ਨੇ। ਤੁਸੀਂ ਦੇਖੋ ਕਿ ਇਸ ਜੱਜ 'ਚ ਕਿੰਨੀ ਕੈਪੇਬਿਲਿਟੀ ਹੈ ਕਿ ਜੱਜ ਹੁਣ ਆਰਗੂਮੈਂਟ ਸੁਣ ਕੇ ਖੁਦ ਆਪ ਡਿਸੀਜਨ ਕਰ ਰਹੀ ਹੈ, ਔਰ ਸਟੈਨੋ ਬੈਠਾ ਇੱਧਰ ਲਿਖਣ ਵਾਸਤੇ, ਉਹਨੂੰ ਡਿਕਟੇਟ ਕਰ ਰਹੀ ਹੈ। ਇਹਨੇ ਆਰਡਰ ਲਿਖ ਕੇ ਫਿਰ ਉੱਠਣਾ। ਅੱਛਾ, ਸਾਹਮਣੇ ਮੈਂ ਬੈਠਾ ਪਿੱਛੇ, ਇਹਨਾਂ ਨੂੰ ਆਬਜ਼ਰਵ ਕਰਦਾ ਵੀ ਬਾਅਦ 'ਚ ਦੱਸਾਂਗਾ 2 ਮਿੰਟ। ਇਸ ਤਰੀਕੇ ਨਾਲ ਤਿਆਰੀ ਹੁੰਦੀ ਹੈ। ਇੱਕ ਦੋ ਸਵਾਲ ਹੋਰ ਮੈਂ ਪੁੱਛਣਾ ਚਾਹੁੰਦਾ। ਇਹ ਜਿਵੇਂ ਆਹ ਪਬਲਿਕ ਪ੍ਰੋਸੀਕਿਊਟਰ ਦਾ ਐਗਜ਼ਾਮ ਹੁੰਦਾ, ਇਹਦੇ ਵਿੱਚੋਂ ਹੀ ਹੁੰਦੇ ਜਿਹੜੇ ਸਰਕਾਰੀ ਵਕੀਲ ਬਣਦੇ ਕਿ ਉਹਨਾਂ ਦਾ ਸੈਪਰੇਟ ਹੁੰਦਾ ਐਗਜ਼ਾਮ? ਇਹ ਤਾਂ ਬਹੁਤ ਅੱਛਾ ਸਵਾਲ ਤੁਸੀਂ ਪੁੱਛਿਆ ਜੀ। ਦੇਖੋ ਹੁਣ ਜਦੋਂ ਮੈਂ ਤਿਆਰੀ ਕਰਾਉਂਦਾ ਹਰ ਇੱਕ ਦੀ, ਮੈਂ ਤਿਆਰੀ ਉਹਨਾਂ ਨੂੰ ਪੂਰੀ ਕਰਾਉਂਦਾ। ਸਾਰੇ ਸਬਜੈਕਟ ਜਿੰਨੇ ਨੇ ਸਾਰੇ ਹਿੰਦੁਸਤਾਨ ਦੇ ਵਿੱਚ, ਜੇ ਉਹ ਚਾਹਣ ਵੀ ਅਸੀਂ ਦਿੱਲੀ 'ਚ ਐਗਜ਼ਾਮ ਦੇਣਾ ਜੱਜ ਦਾ, ਹਿਮਾਚਲ 'ਚ ਦੇਣਾ, ਰਾਜਸਥਾਨ ਦੇਣਾ, ਜੇ ਉਹ ਚਾਹਣ ਵੀ ਅਸੀਂ ਕੇਰਲਾ 'ਚ ਦੇਣਾ, ਉਹ ਥਰੂ ਆਊਟ ਇੰਡੀਆ 'ਚ ਹੀ ਜਾ ਸਕਦੇ ਨੇ। ਉਹ ਅੱਛਾ, ਬਾਕੀ ਸਟੇਟ 'ਚ ਕਿਤੇ ਵੀ ਜਾ ਸਕਦੇ, ਜਿੱਥੇ ਮਰਜੀ, ਕਿਉਂਕਿ ਮੈਂ ਉਹਨਾਂ ਨੂੰ ਟ੍ਰੇਨਿੰਗ ਇਸ ਕਦਰ ਦਿੱਤੀ ਹੋਈ ਹੈ। ਤਾਂ ਪਬਲਿਕ ਪ੍ਰੋਸੀਕਿਊਟਰ ਤਾਂ ਉਹਨਾਂ ਲਈ ਖੱਬੇ ਹੱਥ ਦੀ ਖੇਡ ਹੁੰਦੀ ਹੈ, ਕਿਉਂਕਿ ਪਬਲਿਕ ਪ੍ਰੋਸੀਕਿਊਟਰ ਵਾਸਤੇ ਸਬਜੈਕਟ ਘੱਟ ਹੁੰਦੇ ਨੇ। ਸਬਜੈਕਟ ਮੈਂ ਉਹਨਾਂ ਨੂੰ ਸਾਰੇ ਤਿਆਰ ਕੀਤੇ ਨੇ। ਪਬਲਿਕ ਪ੍ਰੋਸੀਕਿਊਟਰ ਦੇ ਸਬਜੈਕਟ ਹੀ ਬਹੁਤ ਘੱਟ ਨੇ, ਉਹਦੇ ਵਾਸਤੇ ਤਾਂ ਉਹਨਾਂ ਦੀ ਬੜੀ ਤਿਆਰੀ ਹੁੰਦੀ ਹੈ। ਉਹਦੇ ਵਿੱਚ ਤਾਂ ਮਾਰਵਲਸਲੀ ਦੇ ਐਕਸੈਲ ਇਨ ਦੈਟ ਫੀਲਡ। ਔਰ ਉਹਨਾਂ ਦੀ ਜਿਹੜੇ ਬੱਚੇ ਜਿੰਨੀ ਦੇਰ ਐਗਜ਼ਾਮ ਨਹੀਂ ਨਾ ਆਉਂਦਾ ਸਾਡੇ PCS ਜੁਡੀਸ਼ੀਅਲ ਦਾ, ਜੱਜਾਂ ਦਾ, ਉਨੀ ਦੇਰ ਤੱਕ ਉਹ ਪਬਲਿਕ ਪ੍ਰੋਸੀਕਿਊਟਰ ਬਣ ਜਾਂਦੇ ਨੇ, ਉਨੀ ਦੇਰ ਤੱਕ ਲਾਅ ਆਫਿਸਰ ਬਣ ਜਾਂਦੇ ਨੇ। ਹੁਣ ਸਾਡੇ ਕੋਲ ਜਿਹੜੀ ਪ੍ਰੈਜ਼ੈਂਟ ਆਏ ਨੇ, ਇੱਕ ਸ਼ਿਵਾਨੀ ਹੈ, ਉਹ ਲਾਅ ਆਫਿਸਰ ਸੀਗੀ ਕੈਨਰਾ ਬੈਂਕ 'ਚ, ਕਿਉਂਕਿ ਜਿੰਨੀ ਦੇਰ ਇਹਦਾ ਰਿਜ਼ਲਟ ਨਹੀਂ ਆਇਆ ਉਨੀ ਦੇਰ ਉਹ ਲਾਅ ਆਫਿਸਰ ਬਣ ਗਈ। ਕੇਸ਼ਵ ਅਗਨੀਹੋਤਰੀ, ਉਹ ਪਬਲਿਕ ਪ੍ਰੋਸੀਕਿਊਟਰ ਸੀਗਾ ਜਿਹੜਾ ਹੁਣ ਸਿਲੈਕਟ ਹੋ ਕੇ ਜੱਜ ਬਣਿਆ। ਇਸੇ ਤਰ੍ਹਾਂ ਯੋਗੇਸ਼ ਗਿੱਲ ਹੈ, ਉਹ ਵੀ ਪਬਲਿਕ ਪ੍ਰੋਸੀਕਿਊਟਰ ਸੀ। ਜਿੰਨੀ ਦੇਰ ਇਹਦਾ ਆਉਂਦਾ ਨਹੀਂ ਰਿਜ਼ਲਟ, ਉਨੀ ਦੇਰ ਬੱਚੇ ਪਬਲਿਕ ਪ੍ਰੋਸੀਕਿਊਟਰ ਲੱਗ ਜਾਂਦੇ ਸੀ। ਇਹਨਾਂ ਦੀ ਜਦੋਂ ਅਸੀਂ ਇਹਨਾਂ ਨੂੰ ਟ੍ਰੇਨ ਕੀਤਾ, ਕਿਉਂਕਿ ਇੰਟਰਵਿਊ ਜਦੋਂ ਆ ਗਈ, ਇੰਟਰਵਿਊ ਤੋਂ ਬਾਅਦ ਫਿਰ ਅਸੀਂ 3-4 ਵਾਰੀ ਬੱਚੇ ਦੀ ਇੰਟਰਵਿਊ ਇੱਥੇ ਹੀ ਲੈ ਲੈਣੀ, ਇੱਥੇ ਉਹਨਾਂ ਨੂੰ ਟ੍ਰੇਨ ਕਰ ਦੇਣਾ ਕਿ ਬੋਲਣਾ ਕਿੱਦਾਂ, ਉੱਥੇ ਜਵਾਬ ਕਿੱਦਾਂ ਦੇਣੇ ਨੇ। ਤੋਂ ਕਿਉਂਕਿ ਹਾਈ ਕੋਰਟ ਨੇ ਉਹੀ ਸਵਾਲ ਪੁੱਛਣੇ ਨੇ, ਬੱਚਿਆਂ ਨੂੰ ਮੈਂ ਇਸ ਕਦਰ ਤਿਆਰ ਕਰਦਾ ਤਾਂ ਕਿ ਹਾਈ ਕੋਰਟ ਜੋ ਮੈਂ ਪੜ੍ਹਾਇਆ ਹੋਇਆ ਉਸ ਤੋਂ ਬਾਅਦ ਬਾਹਰ ਸਵਾਲ ਪੁੱਛ ਹੀ ਨਹੀਂ ਸਕਦੀ।
ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ 'ਚ ਮੇਨ ਐਗਜ਼ਾਮੀਨੇਸ਼ਨ 'ਚ, ਕਿਉਂਕਿ ਬੱਚੇ ਨੂੰ ਸਾਰੇ ਦਾ ਸਾਰਾ ਸਿਲੇਬਸ ਇੰਟਾਇਰਲੀ ਈਚ ਐਂਡ ਐਵਰੀ ਕਨਸੈਪਟ ਜਿਹੜਾ ਉਹ ਕਲੀਅਰ